ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਹਿੰਦੇ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਵੇਖ, ਜਦੋਂ ਆਉਂਦਾ ਇਹ ਭੁਚਾਲ ਉਦੋਂ ਟਹਿ ਜਾਂਦੀਆਂ। ਅੱਜ ਉੱਚੀਆਂ ਇਮਾਰਤਾਂ ਦਾ ਜਿਹੜਾ ਸੱਚ ਅਸੀਂ ਬਿਆਨ ਕਰਨ ਜਾ ਰਹੇ ਹਾਂ, ਹੋ ਸਕਦਾ ਤੁਹਾਨੂੰ ਡਰਾ ਦੇਵੇ, ਪਰ ਲੋੜ ਡਰਨ ਦੀ ਨਹੀਂ, ਸਗੋਂ ਸੁਚੇਤ ਹੋਣ ਦੀ ਹੈ, ਕਿਉਂਕਿ ਇਹ ਸੰਭਵ ਹੈ ਕਿ ਤੁਹਾਡੇ ਗੁਆਂਢ 'ਚ ਹੀ ਕੋਈ ਗੈਂਗਸਟਰ ਰਹਿ ਰਹੇ ਹੋਣ। क्यों असी तुहानू इस खतरे तो आगाह कर रहे हाँ या तुहानू चेतावनी दे रहे हाँ, ये समझ लेना जरूरी है। मोहाली पुलिस ने अज एक गैंगस्टर के साथी नू फड़न का दावा किया है। एक अजिहा गैंगस्टर जो खुद गुनाह की दुनिया च सरगर्म सी ते जदों उसके टिकाणे बारे खुलासा होया तां पुलिस हैरान रह गई। जयपाल भुल्लर, ਇਹ ਨਾਂ ਤਾਂ ਤੁਹਾਨੂੰ याद ही होना है। कोलकाता विच पंजाब पुलिस ने कीता सी जयपाल दा एनकाउंटर ते कई दिनों तक उस दे अंतिम संस्कार नूं लैके परिवार ने खड़े कीते सन सवाल। जयपाल दा एनकाउंटर जिस मामले विच कीता गया सी, दरअसल वो मामला बन गया सी पुलिस दी नक दा सवाल। जगराओं दी मंडी विच दो पुलिस वालियां दा दिन दहाड़े कतल कर दिता गया सी ते इसे मामले दी जांच कर रही पुलिस दा टारगेट बनया सी जयपाल। पर जयपाल दे एनकाउंटर तो बाद भी पुलिस ਲਈ एक होर ना इस मामले विच लोड़िंदा सी, जिस नूं पुलिस ने हुण काबू कर लिया है। यह शख्स है हरबीर सिंह सोहल। ਮੇਜਰ ਸਕਸੈਸ ਮਿਲੀ ਹੈਗੀ ਹੈ ਕੁਝ ਗੈਂਗਸਟਰਸ ਅਤੇ ਉਹਨਾਂ ਦੇ ਜਿਹੜੇ ਸ਼ੂਟਰਸ ਹੈਗੇ ਉਹਨਾਂ ਨੂੰ ਫੜਨ ਦੇ ਵਿੱਚ। ਸਾਡੇ ਪਾਸ ਸਪੈਸੀਫਿਕ ਇਨਫੋਰਮੇਸ਼ਨ ਸੀਗੀ ਵੀ ਕੁਝ ਸ਼ੂਟਰਸ ਜਿਹੜੇ ਹੈਗੇ ਨੇ ਇੱਥੇ ਇੱਕ ਲੋਕਲ ਠਹਿਰ ਦੇ ਵਿੱਚ ਰੁਕੇ ਹੋਏ ਹਨ ਤੇ ਉਹਨਾਂ ਦੇ ਉੱਪਰ ਰੇਡ ਕਰਕੇ ਆਪਾਂ ਜਦੋਂ ਉਹਨਾਂ ਨੂੰ ਜਦੋਂ ਆਪਾਂ ਰਾਉਂਡ ਅਪ ਕੀਤਾ, ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਕਾਫੀ ਭਾਰੀ ਮਾਤਰਾ ਦੇ ਵਿੱਚ, ਜਿਵੇਂ ਕਿ ਤੁਸੀਂ ਦੇਖ ਰਹੇ ਹੈਗੇ ਹੋ, ਸਾਨੂੰ ਵੈਪਨ ਰਿਕਵਰ ਹੋਏ ਹਨ ਅਤੇ ਉਹਨਾਂ ਦੇ ਕੋਲੋਂ ਗੋਲਾ ਬਰੂਦ ਜਿਹੜਾ ਹੈਗਾ, ਗੋਲੀਆਂ ਜਿਹੜੀਆਂ ਹੈਗੀਆਂ, ਬੁਲੇਟਸ ਹੈਗੀਆਂ, ਉਹ ਰਿਕਵਰ ਹੋਈਆਂ ਨੇ। हरबीर सिंह सोहल गैंगस्टर जयपाल भुल्लर दे किन्ना नेड़े सी, अंदाजा इसे गल तो लाया जा सकता है कि खन्ना च जयपाल भुल्लर दी जमीन इसे दे नां ते सी। यही नहीं, जयपाल दे गैर कानूनी पैसे नाल ही हरबीर ने खन्ना च जमीन खरीदी सी। इन्ना ही नहीं, हरबीर ही जयपाल दे पैसों की संभाल भी करता सी। मोहाली पुलिस ने गैंगस्टर हरबीर सिंह सोहल नूं जदों गिरफ्तार किया तां उसदे कोलों बरामद होए वड्डी गिनती नाजायज हथियार, जिन्हां विच पिस्टल, माउजर, कारतूस सब कुछ शामिल है। हालांकि हरबीर दा साथी सत्ता फरार होने दे विच कामयाब रहा है। ਜਿਹੜਾ ਹਰਬੀਰ ਸਿੰਘ ਸੋਹਲ ਹੈ, ਇਹਦਾ ਲਿੰਕ ਜਿਹੜਾ ਹੈਗਾ ਉਹ ਜੈਪਾਲ ਭੁੱਲਰ ਗੈਂਗ ਦੇ ਨਾਲ ਹੈ। ਔਰ ਜਿਹੜੀ ਪਿਛਲੀ ਵਾਰੀ ਜਿਹੜੀ ਜਗਰਾਉਂ ਦੇ ਵਿੱਚ ਵਾਰਦਾਤ ਹੋਈ ਸੀ, ਜਿਹਦੇ ਵਿੱਚ ਕਿ 2 ASI ਮਾਰੇ ਗਏ ਸਨ, ਉਹਦੇ ਵਿੱਚ ਵੀ ਇਹਦੀ ਇਨਵੋਲਵਮੈਂਟ ਸੀਗੀ। ਔਰ ਉਸ ਤੋਂ ਬਾਅਦ ਜਿਹੜੀ ਖੰਨੇ ਦੇ ਵਿੱਚ ਜ਼ਮੀਨ ਲਿੱਤੀ ਗਈ ਸੀਗੀ, ਸਾਰੀ ਜਿਹੜਾ ਪੈਸਾ ਜੈਪਾਲ ਭੁੱਲਰ ਦਾ ਸੀ, ਉਹਦੇ ਲਈ ਇੱਕ ਜ਼ਮੀਨ ਖਰੀਦੀ ਗਈ ਸੀ, ਉਹ ਜ਼ਮੀਨ ਵੀ ਜਿਹੜੀ ਹੈ ਉਹ ਇਸ ਬੰਦੇ ਦੇ ਨਾਮ ਦੇ ਉੱਪਰ ਹੈ। ਤੇ ਇਹ ਉਹਨਾਂ ਦੇ ਸਾਰਾ ਜੋ ਫਾਈਨਾਂਸ ਦੀ ਮੂਵਮੈਂਟ ਸੀਗੀ, ਜੋ ਵੀ ਫਾਈਨਾਂਸ ਦੇ ਪੈਸੇ ਪੂਸੇ ਸਭ ਜੋ ਸੀਗੇ, ਉਹ ਸੰਭਾਲਦਾ ਇਹ ਬੰਦਾ ਸੀਗਾ। ਤੇ ਇਹ ਇਸ ਤੋਂ ਇਲਾਵਾ ਇੱਕ ਬੰਦਾ ਹੋਰ ਜਿਹੜਾ ਹੈਗਾ, ਜਿਹੜਾ ਇਹਨਾਂ ਦੇ ਵਿੱਚ ਹੈਗਾ, ਅੰਮ੍ਰਿਤਪਾਲ ਸਿੰਘ ਸੱਤਾ, ਜੋ ਕਿ ਬਜੀਤਪੁਰ ਥਾਣੇ ਬਸੀ ਪਠਾਣੇ ਦਾ ਰਹਿਣ ਵਾਲਾ ਹੈਗਾ। ਇਹ ਆਪਾਂ ਸਾਡੇ ਕੇਸ ਦੇ ਵਿੱਚ ਵਾਂਟਡ ਹੈਗਾ ਤੇ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ, ਪਰ ਆਪਾਂ ਇਹਨੂੰ ਜਲਦੀ ਫੜ ਕੇ ਜਿਹੜਾ ਹੈਗਾ ਅਗਲੀ ਕਾਰਵਾਈ ਦੇ ਉੱਪਰ ਕਰਾਂਗੇ। ਸੋ ਜੈਪਾਲ ਭੁੱਲਰ ਦਾ ਨੇੜਲਾ ਗਿਰਫਤ ਵਿੱਚ ਆ ਚੁੱਕਿਆ ਹੈ, ਪਰ ਇਹ ਸਭ ਦੇ ਵਿਚਾਲੇ ਜੇਕਰ ਤੁਹਾਨੂੰ ਜਾਪ ਰਿਹਾ ਹੈ ਕਿ ਇਸ ਵਿੱਚ ਤੁਹਾਡੇ ਲਈ ਖਤਰੇ ਵਾਲੀ ਕਿਹੜੀ ਗੱਲ ਹੈ, ਤਾਂ ਥੋੜਾ ਰੁਕੋ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਪਾਲ ਭੁੱਲਰ ਦੇ ਇਸ ਸਾਥੀ ਦੀ ਗ੍ਰਿਫਤਾਰੀ ਹੋਈ ਹੈ ਟਰਾਈ ਸਿਟੀ ਦੀ ਹਾਈ ਰਾਈਜ਼ ਬਿਲਡਿੰਗ ਵਾਲੇ ਇਲਾਕੇ 'ਚ, ਅਤੇ ਇਸੇ ਲਈ ਅਸੀਂ ਤੁਹਾਨੂੰ ਕਰ ਰਹੇ ਹਾਂ ਸੁਚੇਤ ਕਿ ਸੰਭਲ ਕੇ ਰਹਿਣਾ, ਕਿਉਂ ਜੋ ਹੋ ਸਕਦਾ ਹੈ ਤੁਹਾਡੇ ਗੁਆਂਢ ਵਿੱਚ ਗੈਂਗਸਟਰ। ਮਨੋਜ ਰਾਠੀ, ਨਿਊਜ਼ 18 ਪੰਜਾਬ। हाई राइज बिल्डिंगां चों गैंगस्टर की गिरफ्तारी का यह कोई पहला मामला नहीं। अकाली आगू विक्की मिड्डू खेड़ा के कतल मामले च भी पुलिस नूं जिहड़े सुराग मिले ने, वो उच्चियां इमारतां नूं ही सवालों के घेरे च खड़ा करते हैं।
ਅਗਸਤ 2021 ਵਿੱਚ ਹੋਇਆ ਸੀ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਕਤਲ। ਸ਼ਰੇਆਮ ਗੋਲੀਆਂ ਮਾਰ ਕੇ ਵਿੱਕੀ ਨੂੰ ਉਤਾਰ ਦਿੱਤਾ ਗਿਆ ਸੀ ਮੌਤ ਦੇ ਘਾਟ। ਉਹ ਇੱਕ ਪ੍ਰਾਪਰਟੀ ਡੀਲਰ ਨੂੰ ਮਿਲ ਕੇ ਬਾਹਰ ਨਿਕਲੇ ਸੀ ਕਿ ਉਸ ਦੀ ਰੇਕੀ ਕਰ ਰਹੇ ਸ਼ੂਟਰਸ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਹ ਕਤਲ ਦਾ ਮਾਮਲਾ ਪੁਲਿਸ ਲਈ ਬਣਿਆ ਹੋਇਆ ਸੀ ਗੁੰਝਲ, ਜਿਸ ਨੂੰ ਸੁਲਝਾਉਣ ਦੇ ਵੱਲ ਹੁਣ ਪੁਲਿਸ ਨੇ ਕਦਮ ਤੇਜ਼ੀ ਨਾਲ ਅੱਗੇ ਵਧਾਏ। ਇਸ ਪੂਰੇ ਮਾਮਲੇ ਵਿੱਚ 3 ਕਾਤਲਾਂ ਦੀ ਭਾਲ ਪੁਲਿਸ ਕਰ ਰਹੀ ਸੀ ਤੇ ਦਿੱਲੀ ਪੁਲਿਸ ਦੇ ਐਕਸ਼ਨ ਵਿੱਚ ਫੜੇ ਗਏ ਨੇ 3 ਗੈਂਗਸਟਰ। ਕੁੱਲ 1 ਦਰਜਨ ਗੈਂਗਸਟਰ ਪੁਲਿਸ ਨੇ ਕਾਬੂ ਕੀਤੇ, ਜਿਨ੍ਹਾਂ 'ਚ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰ ਵੀ ਸ਼ਾਮਿਲ ਨੇ। ਦਿੱਲੀ ਪੁਲਿਸ ਵੱਲੋਂ ਫੜੇ ਗਏ ਸ਼ੂਟਰਸ 'ਚ ਝੱਜਰ ਦਾ ਸੱਜਣ ਉਰਫ ਭੋਲੂ, ਦਿੱਲੀ ਦਾ ਅਨਿਲ ਕੁਮਾਰ ਉਰਫ ਲੱਟ ਅਤੇ ਕੁਰੂਕਸ਼ੇਤਰ ਦਾ ਅਜੈ ਉਰਫ ਸਨੀ ਵਿੱਕੀ ਮਿੱਡੂ ਖੇੜਾ ਦੇ ਕਤਲकांड ਵਿੱਚ ਸ਼ਾਮਿਲ ਸਨ। ਨਿਊਜ਼ 18 ਪੰਜਾਬ ਤੇ ਅਸੀਂ ਸਭ ਤੋਂ ਪਹਿਲਾਂ ਵਿਖਾ ਰਹੇ ਹਾਂ ਇਹਨਾਂ 3 ਸ਼ੂਟਰਸ ਦੀਆਂ ਤਸਵੀਰਾਂ। ਤਿੰਨਾਂ ਨੂੰ ਮੋਹਾਲੀ ਲਿਆ ਕੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਅਕਿਊਜ਼ ਨੇ ਜਿਹੜੇ ਸ਼ੂਟਰ ਸੀਗੇ ਉਹ ਪਹਿਲਾਂ ਜਲਵਾਯੂ ਟਾਵਰ ਰਹਿ ਕੇ ਇੱਥੋਂ ਹੀ ਸਾਰੀ ਜਿਹੜੀ ਗੇਮ ਹੈ, ਜਿਹੜੀ ਰੈਕੀ ਕੀਤੀ ਗਈ, ਉਹਦੇ ਘਰ ਦੀ ਰੈਕੀ ਕੀਤੀ ਗਈ। ਇਸੇ ਟਾਵਰ 'ਚ ਰਹਿ ਕੇ ਉਹ ਸਾਰੀ ਜਿਹੜੀ ਹੈ ਵਿੱਕੀ ਮਿੱਡੂ ਖੇੜਾ ਦੀ ਪੂਰੀ ਇਨਫੋਰਮੇਸ਼ਨ ਲੈ ਰਹੇ ਸੀਗੇ, ਜਿਹੜੀ ਹੁਣ ਪੁਲਿਸ ਸੋਰਸਿਸ ਦੱਸ ਰਹੇ ਨੇ। ਹਾਲਾਂਕਿ ਪੁਲਿਸ ਇੱਥੇ ਪਹੁੰਚੀ ਸੀ, ਦਿੱਲੀ ਆਪਰੇਸ਼ਨ ਸੈੱਲ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਜਿਹੜੇ ਸ਼ੂਟਰ ਨੇ, ਗੈਂਗਸਟਰ ਨੇ, ਤੇ ਉਹਨਾਂ ਨੇ ਪੁੱਛਗਿੱਛ ਵਿੱਚ ਕਈ ਖੁਲਾਸੇ ਕੀਤੇ ਕਿ ਉਹ ਕਿੱਥੇ ਰਹੇ, ਕਿੱਥੇ ਉਹ ਰਹਿ ਕੇ ਉਹਨਾਂ ਨੇ ਵਿੱਕੀ ਮਿੱਡੂ ਖੇੜਾ ਦੀ ਰੈਕੀ ਕੀਤੀ। ਉਸ ਤੋਂ ਬਾਅਦ 7 ਅਗਸਤ 2021 ਨੂੰ ਉਹਨਾਂ ਨੇ ਮਰਡਰ ਨੂੰ ਅੰਜਾਮ ਦਿੱਤਾ। ਸੋ ਮੋਹਾਲੀ ਨੇੜਲੇ ਇਲਾਕਿਆਂ ਵਿੱਚ ਹਾਈ ਰਾਈਜ਼ ਬਿਲਡਿੰਗ ਵਿੱਚ ਰਹਿ ਰਹੇ ਸਨ ਇਹ ਸਾਰੇ ਗੈਂਗਸਟਰ ਅਤੇ ਇੱਥੇ ਰਹਿ ਕੇ ਹੀ ਇਹਨਾਂ ਨੇ ਕੀਤੀ ਸੀ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ ਪਲਾਨਿੰਗ ਤਿਆਰ। ਇੱਥੇ ਰਹਿੰਦਿਆਂ ਹੀ ਅਨਿਲ ਲੱਟ ਅਤੇ ਸੱਜਣ ਉਰਫ ਭੋਲੂ ਨੇ ਬਣਾਈ ਸਕੀਮ ਤੇ ਸ਼ੁਰੂ ਕੀਤੀ ਵਿੱਕੀ ਮਿੱਡੂ ਖੇੜਾ ਦੀ ਰੇਕੀ। ਜਿੱਥੇ ਵੀ ਵਿੱਕੀ ਜਾਂਦਾ ਦੋਵੇਂ ਉਸ ਦੇ ਪਿੱਛੇ ਜਾਂਦੇ ਅਤੇ ਨਾਲ ਹੀ ਬਣਾਉਂਦੇ ਸਕੀਮ ਵਿੱਕੀ ਨੂੰ ਕਤਲ ਕਰਨ ਦੀ। ਦੋਵਾਂ ਦੇ ਜ਼ਿਹਨ ਵਿੱਚ ਚੱਲ ਰਿਹਾ ਸੀ ਸਿਰਫ ਵਿੱਕੀ ਦੇ ਕਤਲ ਦਾ ਪਲਾਨ ਤੇ ਅਖੀਰ 7 ਅਗਸਤ 2021 ਨੂੰ ਮੋਹਾਲੀ ਦੇ ਸੈਕਟਰ 71 ਦੀ ਮਾਰਕੀਟ ਵਿੱਚ ਦੇ ਦਿੱਤਾ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ। ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦਾ ਇੱਕ ਹੋਰ ਰੋਚਕ ਪਹਿਲੂ ਹੈ, ਉਹ ਇਸ ਵਾਰਦਾਤ 'ਚ ਕਾਤਲਾਂ ਵੱਲੋਂ ਇਸਤੇਮਾਲ ਕੀਤੀ ਗਈ ਕਾਰ। ਇਹ ਕਾਰ ਸੀ ਚਿੱਟੇ ਰੰਗ ਦੀ i20, ਜਿਸ ਤੇ ਨੰਬਰ ਪਲੇਟ ਸੀ PB65 AK7530। ਇਸ ਨੰਬਰ ਪਲੇਟ ਦੀ ਕਾਰ ਦੀ ਹਿਸਟਰੀ ਜਦੋਂ ਪੁਲਿਸ ਨੇ ਫਰੋਲੀ ਤਾਂ ਤਦ ਸਾਹਮਣੇ ਆਇਆ ਕਿ ਇਸ ਨੰਬਰ ਦੀ ਕਾਰ ਦਾ ਮਾਲਿਕ ਹੈ ਰਣਧੀਰ ਸਿੰਘ ਤੇ ਉਹ ਵਾਸੀ ਹੈ ਰਾਜਪੁਰਾ ਦਾ, ਤੇ ਉਸਨੇ ਅਪ੍ਰੈਲ ਵਿੱਚ ਕਾਰ ਖਰੀਦੀ ਸੀ ਤੇ ਉਸਨੇ ਉਸ ਤੋਂ ਬਾਅਦ ਵੇਚਣ ਦੇ ਲਈ ਇਸ ਦੀ ਤਸਵੀਰ ਫੇਸਬੁੱਕ ਤੇ ਨੰਬਰ ਸਮੇਤ ਪਾ ਦਿੱਤੀ ਸੀ। ਪਰ ਸੱਚ ਇਹ ਹੈ ਕਿ ਇਹ ਕਾਰ ਵਾਰਦਾਤ ਵਿੱਚ ਇਸਤੇਮਾਲ ਹੋਈ ਹੀ ਨਹੀਂ। ਜੀ ਹਾਂ, ਦਰਅਸਲ ਗੈਂਗਸਟਰ ਦੇ ਕੋਲ ਚਿੱਟੇ ਰੰਗ ਦੀ i20 ਪਹਿਲਾਂ ਤੋਂ ਹੀ ਸੀ, ਜਿਸ ਦੇ ਲਈ ਨੰਬਰ ਪਲੇਟ ਦੀ ਭਾਲ ਕਰਦਿਆਂ ਉਹਨਾਂ ਰਣਧੀਰ ਸਿੰਘ ਵੱਲੋਂ ਫੇਸਬੁੱਕ ਤੇ ਪਾਈ ਤਸਵੀਰ ਵੇਖੀ ਗਈ ਤੇ ਫਿਰ ਉਸੇ ਤਸਵੀਰ ਤੋਂ ਚੋਰੀ ਕਰ ਲਿਆ ਕਾਰ ਦਾ ਨੰਬਰ ਤੇ ਉਸੇ ਫਰਜ਼ੀ ਨੰਬਰ ਪਲੇਟ ਨੂੰ ਤਿਆਰ ਕਰਾ ਕੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ। ਤਿੰਨੇ ਸ਼ੂਟਰਸ ਚੋਂ ਸੱਜਣ ਉਰਫ ਭੋਲੂ ਇੱਕ ਸ਼ਾਤਰ ਮੁਜਰਮ ਹੈ ਤੇ ਉਸ ਦਾ ਨਾਮ ਕਾਂਗਰਸ ਦੇ ਵਿਕਾਸ ਚੌਧਰੀ ਕਤਲकांड ਸਣੇ ਅੰਬਾਲਾ ਵਿੱਚ ਲੰਗੇ ਵਰੇ ਹੋਏ ਡਬਲ ਮਰਡਰ ਵਿੱਚ ਵੀ ਸਾਹਮਣੇ ਆਇਆ ਸੀ। ਉਸ ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਹਰਿਆਣਾ ਪੁਲਿਸ ਨੇ ਦੂਜੇ ਮੁਲਜ਼ਮ ਅਨਿਲ ਕੁਮਾਰ ਲੱਟ ਤੇ ਵੀ 1.5 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਸ ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਤੇ ਉਹ ਭੋਲੂ ਦਾ ਸਾਥੀ ਵੀ ਸੀ। ਉਹ ਵੀ ਵਿਕਾਸ ਚੌਧਰੀ ਅਤੇ ਅੰਬਾਲਾ ਦੇ ਡਬਲ ਮਰਡਰ ਵਿੱਚ ਸ਼ਾਮਿਲ ਸੀ। ਅਜੇ ਉਰਫ ਸਨੀ ਵੀ ਸ਼ਾਤਿਰ ਗੈਂਗਸਟਰ ਦੱਸਿਆ ਜਾਂਦਾ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਤਕਰੀਬਨ 2 ਹਫ਼ਤਿਆਂ ਤੋਂ ਇਸ ਹਾਈ ਰਾਈਜ਼ ਬਿਲਡਿੰਗ ਵਿੱਚ ਇਹ ਤਿੰਨੇ ਗੈਂਗਸਟਰ ਰਹਿ ਰਹੇ ਸਨ ਅਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਵਾਲੇ ਦਿਨ ਇਹ ਸਵੇਰੇ 6 ਵਜੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਐਕਟਿਵ ਹੋ ਗਏ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹੇ ਤੇ ਫਿਰ ਪਹੁੰਚ ਗਏ ਮੁੰਬਈ। ਪਰ ਪੁਲਿਸ ਦੀ ਗਿਰਫਤ ਤੋਂ ਜ਼ਿਆਦਾ ਦਿਨ ਦੂਰ ਨਹੀਂ ਰਹਿ ਸਕੀ ਅਤੇ ਹੋਈ ਇਹਨਾਂ ਦੀ ਗ੍ਰਿਫਤਾਰੀ। ਮੋਹਾਲੀ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਹਰਬੀਰ ਸਿੰਘ ਸੋਹਲ ਨੂੰ ਸ਼ਿਕੰਜੇ 'ਚ ਲੈਣ ਤੋਂ ਸਿਰਫ 1 ਦਿਨ ਪਹਿਲਾਂ ਹੀ ਪੁਲਿਸ ਨੂੰ ਕਾਮਯਾਬੀ ਮਿਲੀ ਕਿ ਲਾਰੈਂਸ ਬਿਸ਼ਨੋਈ ਦੇ 2 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ 2 ਗੁਰਗਿਆਂ ਦੀ ਗ੍ਰਿਫਤਾਰੀ ਜਿਸ ਇਲਾਕੇ 'ਚ ਹੋਈ ਹੈ ਉਹ ਵੀ ਇੱਕ ਰਿਹਾਇਸ਼ੀ ਸੁਸਾਇਟੀ ਹੈ।
ਪੰਜਾਬ ਵਿੱਚ ਗੁਨਾਹ ਦੀ ਦੁਨੀਆ ਨੂੰ ਸਿਖਰ ਤੇ ਲਿਜਾਣ ਦੀ ਸਾਜ਼ਿਸ਼ ਕਰ ਰਹੇ ਗੈਂਗਸਟਰਾਂ ਦਾ ਟਿਕਾਣਾ ਬਣ ਰਹੀਆਂ ਨੇ ਹਾਈ ਰਾਈਜ਼ ਬਿਲਡਿੰਗਸ। ਇਨ੍ਹਾਂ ਇਮਾਰਤਾਂ ਵਿੱਚ ਕਿਸੇ ਵੀ ਤਰੀਕੇ ਦਾਖਲ ਹੋ ਕੇ ਇਹ ਗੈਂਗਸਟਰ ਕਰਦੇ ਨੇ ਲੰਮੀ ਪਲੈਨਿੰਗ ਅਤੇ ਦਿੰਦੇ ਨੇ ਵਾਰਦਾਤਾਂ ਨੂੰ ਅੰਜਾਮ। ਮੋਹਾਲੀ ਪੁਲਿਸ ਹਰਬੀਰ ਸਿੰਘ ਸੋਹਲ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ ਜਲਵਾਯੂ ਟਾਵਰ ਨਾਂ ਦੀ ਇਸੇ ਸੁਸਾਇਟੀ ਦੇ ਨੇੜਿਓਂ ਗ੍ਰਿਫਤਾਰ ਕਰ ਚੁੱਕੀ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗਿਆਂ ਨੂੰ। ਦੋਵਾਂ ਦਾ ਲਿੰਕ ਕੈਨੇਡਾ ਵਿੱਚ ਬੈਠੇ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਦੇ ਨਾਲ ਵੀ ਹੈ। ਦੋਵਾਂ ਦੇ ਨਾਮ ਮਨਪ੍ਰੀਤ ਸਿੰਘ ਉਰਫ ਮੰਨਾ ਅਤੇ ਗੁਰਪ੍ਰੀਤ ਸਿੰਘ ਦੱਸੇ ਜਾ ਰਹੇ ਨੇ। ਪੰਜਾਬ ਵਿੱਚ ਗੈਂਗਸਟਰਵਾਦ ਨੂੰ ਖਤਮ ਕਰਨ ਵਾਸਤੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ, ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਦੇ 2 ਗੁਰਗੇ ਗ੍ਰਿਫਤਾਰ ਕੀਤੇ, ਜਿਹਦੇ ਵਿੱਚ ਮਨਪ੍ਰੀਤ ਸਿੰਘ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਸੀ ਪੁਲਿਸ, ਉਹਦੇ ਕੋਲੋਂ ਪੁੱਛਗਿੱਛ ਕੀਤੀ ਤੇ ਗੁਰਪ੍ਰੀਤ ਸਿੰਘ ਨਿਵਾਸੀ ਮਾਨਸਾ ਉਹਦਾ ਨਾਂ ਸਾਹਮਣੇ ਆਇਆ। 6 ਤਰੀਕ ਨੂੰ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਸਾਹਮਣੇ ਆਏ ਕਿ ਆਖਿਰ ਲਾਰੈਂਸ ਬਿਸ਼ਨੋਈ ਗਰੁੱਪ ਕਿਸ ਤਰ੍ਹਾਂ ਇਹ ਟਾਰਗੇਟ ਕਰਦਾ ਹੈ, ਕਿਸ ਤਰ੍ਹਾਂ ਉਹਦਾ ਨੈਕਸਸ ਹੈ। ਉਹਦੇ ਕੋਲੋਂ ਇਲੀਗਲ ਵੈਪਨ ਜਿਹੜੇ ਆ ਉਹ ਵੀ ਬਰਾਮਦ ਹੋਏ ਹਨ। ਜਲਵਾਯੂ ਟਾਵਰ ਸਨੀ ਇਨਕਲੇਵ ਦੇ ਨੇੜੇ ਜਲਵਾਯੂ ਟਾਵਰ ਦੇ ਨੇੜੇ ਉਹਨੂੰ ਗ੍ਰਿਫਤਾਰ ਕੀਤਾ ਹੈ। ਵਾਈਟ ਕਲਰ ਦੀ ਜਿਹੜੀ ਸਫਾਰੀ ਹੈ ਉਹਦੇ ਵਿੱਚ ਉਹ ਜਾ ਰਿਹਾ ਸੀਗਾ। ਪੁਲਿਸ ਨੂੰ ਸੀਕ੍ਰੇਟ ਇਨਫੋਰਮੇਸ਼ਨ ਸੀ ਤੇ ਪੁਲਿਸ ਨੂੰ ਉਹਨੂੰ ਅਰੈਸਟ ਕੀਤਾ ਹੈ। ਲੇਕਿਨ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਆਖਿਰ ਇਹ ਜਿਹੜੇ ਗੈਂਗਸਟਰਸ ਨੇ, ਜੇਲ੍ਹਾਂ 'ਚ ਜਿਹੜੇ ਗੈਂਗਸਟਰ ਨੇ, ਲਾਰੈਂਸ ਬਿਸ਼ਨੋਈ ਜਾਂ ਦੂਜੇ ਗਰੁੱਪ ਦੇ ਜਿਹੜੇ ਗੈਂਗਸਟਰ ਨੇ, ਵੱਡੇ ਗੈਂਗਸਟਰ ਨੇ, ਉਹ ਕਿਸ ਤਰ੍ਹਾਂ ਆਪਣਾ ਨੈਕਸਸ ਚਲਾ ਰਹੇ ਹਨ, ਆਪਣੇ ਜਿਹੜੇ ਗੁਰਗੇ ਨੇ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ, ਸਾਰੀ ਜਿਹੜੀ ਹੈ ਪੁੱਛਗਿੱਛ ਵੀ ਸਾਹਮਣੇ ਆਈ ਹੈ। ਉਹਦੇ ਕੋਲੋਂ 315 ਬੋਰ ਦੀ ਪਿਸਟਲ ਜਿਹੜਾ ਜਿੰਦੇ ਕਾਰਤੂਸ ਹੈ ਉਹ ਵੀ ਬਰਾਮਦ ਹੋਏ ਹੈ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਇਆ ਹੈ ਕਿ ਆਖਿਰ ਉਹਨਾਂ ਦੀ ਪਲੈਨਿੰਗ ਕੀ ਸੀ। ਇਹ ਬਹੁਤ ਬੜਾ ਨੈਕਸਸ ਹੈ ਪੰਜਾਬ 'ਚ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ। ਰੰਗਦਾਰੀ ਦੀ ਅਸੀਂ ਗੱਲ ਕਰ ਲਈਏ, ਪ੍ਰੋਡਕਸ਼ਨ ਮਨੀ ਦੀ ਅਸੀਂ ਗੱਲ ਕਰੀਏ, ਇਹਨਾਂ ਕੋਲੋਂ ਪੁੱਛਗਿੱਛ ਤੇ ਕਈ ਚੀਜ਼ਾਂ ਸਾਹਮਣੇ ਆਈ। ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਨਾਲ ਹੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਗੈਂਗਸਟਰ ਤੋਂ ਹੋਰ ਖੁਲਾਸੇ ਕਰਾਉਣ ਦੀ। ਫਿਲਹਾਲ ਦੋਵਾਂ ਦੇ ਖਿਲਾਫ ਸਬ ਸੈਕਸ਼ਨ 7 ਅਤੇ 8 ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਇੱਕ ਚਿੱਟੇ ਰੰਗ ਦੀ ਸਫਾਰੀ ਗੱਡੀ ਤੇ 7.62 mm 32 ਬੋਰ ਸਣੇ 6 ਕਾਰਤੂਸ ਤੇ 315 ਬੋਰ ਦੇ ਪਿਸਟਲ ਸਣੇ 2 ਕਾਰਤੂਸ ਬਰਾਮਦ ਕੀਤੇ ਗਏ ਨੇ। ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਪਹਿਲਾਂ ਵੀ ਇੱਕ ਕਤਲ ਦੇ ਮਾਮਲੇ ਦੇ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਸਾਲ 2014 ਤੋਂ 2020 ਤੱਕ ਬੰਦ ਰਿਹਾ ਹੈ। ਇਸੇ ਵੇਲੇ ਉਸਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਦੇ ਨਾਲ ਰਾਬਤਾ ਕਾਇਮ ਕੀਤਾ। ਉਸ ਦੇ ਨਾਲ ਪੁੱਛਗਿੱਛ ਜਾਰੀ ਹੈ। ਦਰਅਸਲ ਪੁਲਿਸ ਨੂੰ ਸ਼ੱਕ ਹੈ ਕਿ ਇਹ ਗੈਂਗਸਟਰ ਕਿਸੇ ਵੀ ਹੀਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਕੋਸ਼ਿਸ਼ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਬੇਸ਼ੱਕ ਕਰ ਲਿਆ ਗਿਆ ਹੈ, ਪਰ ਅਜੇ ਵੀ ਸਵਾਲ ਬਰਕਰਾਰ ਹੈ ਕਿ ਪੰਜਾਬ ਵਿੱਚ ਇਹਨਾਂ ਦਾ ਅਗਲਾ ਨਿਸ਼ਾਨਾ ਆਖਿਰ ਸੀ ਕੌਣ। ਮੋਹਾਲੀ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਗੈਂਗਸਟਰਾਂ ਦੀ ਗ੍ਰਿਫਤਾਰੀ ਨੇ ਪੁਲਿਸ ਦੀ ਸਰਗਰਮੀ ਨੂੰ ਤਾਂ ਵਿਖਾਇਆ ਹੀ, ਪਰ ਨਾਲ ਹੀ ਇੱਕ ਸਵਾਲ ਵੀ ਖੜਾ ਕਰ ਦਿੱਤਾ ਕਿ ਆਖਿਰ ਕਿਵੇਂ ਇਹਨਾਂ ਇਮਾਰਤਾਂ ਅਤੇ ਸੁਸਾਇਟੀਆਂ ਨੂੰ ਗੁਨਾਹ ਦੇ ਇਸ ਕਾਲੇ ਸਾਏ ਤੋਂ ਸੁਰੱਖਿਅਤ ਰੱਖਿਆ ਜਾਵੇ। ਆਖਿਰ ਕਿਹੜੇ ਸਕੈਨਰ ਦੀ ਜ਼ਰੂਰਤ ਹੈ। ਰਿਹਾਇਸ਼ੀ ਇਲਾਕਿਆਂ ਨੂੰ ਵੀ ਲੈ ਕੇ ਇਹ ਸਵਾਲ ਬਰਕਰਾਰ ਹੈ। ਵੱਡੀਆਂ ਬਿਲਡਿੰਗਾਂ, ਵੱਡੀਆਂ ਸੁਸਾਇਟੀਆਂ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਸੁਸਾਇਟੀਆਂ ਵਿੱਚ ਕੌਣ ਰਹਿੰਦਾ ਹੈ? ਕਿ ਇਹਨਾਂ ਸੁਸਾਇਟੀਆਂ ਵਿੱਚ ਗੈਂਗਸਟਰ ਤਾਂ ਨਹੀਂ ਬੈਠੇ? ਇਹ ਸਵਾਲ ਇਉਂ ਹੀ ਪੈਦਾ ਨਹੀਂ ਹੋਏ ਕਿਉਂਕਿ ਪੁਲਿਸ ਨੇ ਕੁਝ ਸਮੇਂ ਵਿੱਚ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਜਿਹੀਆਂ ਵੱਡੀਆਂ ਸੁਸਾਇਟੀਆਂ ਵਿੱਚ ਰਹਿੰਦੇ ਸਨ ਤੇ ਇਹਨਾਂ ਪੌਸ਼ ਤੇ ਸ਼ਾਂਤਮਈ ਸੁਸਾਇਟੀਆਂ ਵਿੱਚ ਬਣੀਆਂ ਸੋਹਣੀਆਂ ਇਮਾਰਤਾਂ ਵਿੱਚ ਗੁਨਾਹ ਦੀ ਦੁਨੀਆ ਦੇ ਇਹ ਆਕਾ ਵਾਰਦਾਤ ਦੀ ਕੜੀਆਂ ਜੋੜਦੇ ਸਨ। ਪਰ ਇਹ ਗੈਂਗਸਟਰ ਇਹਨਾਂ ਇਮਾਰਤਾਂ ਵਿੱਚ ਦਾਖਲ ਕਿਵੇਂ ਹੁੰਦੇ ਨੇ ਤੇ ਇਹਨਾਂ ਨੂੰ ਕਮਰੇ ਜਾਂ ਫਲੈਟ ਕਿਰਾਏ ਤੇ ਮਿਲ ਕਿਵੇਂ ਜਾਂਦੇ ਨੇ ਤੇ ਗੈਂਗਸਟਰ ਕੀ ਕਹਿ ਕੇ ਉਹਨਾਂ ਤੋਂ ਕਮਰੇ ਮੰਗਦੇ ਨੇ? ਇਹ ਸਵਾਲ ਜੇਕਰ ਤੁਹਾਡੇ ਜ਼ਿਹਨ ਵਿੱਚ ਹੈ ਤਾਂ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਡੀਲਰਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਕਾਲੀ ਦੁਨੀਆ ਦੇ ਰਾਜੇ ਕਿਸ ਤਰ੍ਹਾਂ ਸ਼ਾਂਤਮਈ ਸੁਸਾਇਟੀਆਂ ਵਿੱਚ ਦਾਖਲ ਹੁੰਦੇ ਨੇ ਅਤੇ ਕਿਹੜੇ ਰੂਲਸ ਨੂੰ ਉਹ ਫੋਲੋ ਕਰਦੇ ਨੇ ਜਦੋਂ ਕਿਸੇ ਨੂੰ ਕਿਰਾਏ ਤੇ ਕਮਰੇ ਦਿਵਾਣੇ ਹੁੰਦੇ ਆ। ਵਿਦ ਸਮਾਨ ਸਾਰਾ ਫ੍ਰਿਜ ਏਸੀ ਵਗੈਰਾ ਲਾ ਕੇ ਦੇ ਰਹੇ। ਜਿਹੜੇ ਫਲੈਟ ਦਾ ਕਿਰਾਇਆ 10,000 ਆ ਉਹਦਾ 30,000 ਰੁਪਏ ਲੈਂਦੇ ਲਾਲਚ ਵਿੱਚ ਇਹ, ਕਿਉਂਕਿ ਫੈਮਲੀਆਂ ਨਾਲ ਤਾਂ ਸਮਾਨ ਆਪਣਾ ਲੈ ਕੇ ਆਉਣਾ, ਉਹਨਾਂ ਦੀ ਵੈਰੀਫਿਕੇਸ਼ਨ ਉਹਦੀ ਜੌਬ ਕਰਦੇ ਆ। ਜਿਹੜੇ ਅੱਜ ਕੱਲ੍ਹ ਪੜ੍ਹਨੇ ਵਾਲੇ ਸਟੂਡੈਂਟ ਆ ਜਾਂ ਕੋਈ ਹੋਰ ਆ ਬੰਦੇ, ਉਹਨਾਂ ਨੂੰ ਕੋਈ ਮਤਲਬ ਨਹੀਂ। ਜਿਹੜੇ ਫਲੈਟ ਦਾ 10,000 ਕਿਰਾਇਆ ਸਮਾਨ ਲਾ ਕੇ 30,000 ਲੈਂਦੇ, ਇਹ ਨਹੀਂ ਸੋਚਦੇ ਵੀ ਬੰਦੇ ਹੈ ਕਿੱਦਾਂ ਦੇ, ਹੈ ਕਿੱਦਾਂ ਦੇ ਨਹੀਂ ਹੈ। ਅਸੀਂ ਭਾਜੀ ਜਦੋਂ ਸਾਡੇ ਕੋਲ ਕੋਈ ਰੈਂਟ ਤੇ ਲੈਣ ਵਾਸਤੇ ਸਟੂਡੈਂਟ ਜਾਂ ਕੋਈ ਫੈਮਿਲੀ ਜਾਂ ਕੋਈ ਵੀ ਆਉਂਦਾ ਐਨੀਬਾਡੀ, ਤਾਂ ਅਸੀਂ ਸਭ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ, ਠੀਕ ਆ, ਉਹਦੇ ਪੂਰਾ ਆਇਡੈਂਟੀਫਾਈ ਕਰਨਾ ਚਾਹੁੰਦੇ ਆ ਤੇ ਉਹਦਾ ਆਪਣਾ ਐਗਰੀਮੈਂਟ ਵਗੈਰਾ ਜਿਹੜਾ ਉਹ ਬਣਦਾ ਹੈ। ਤੇ ਅਸੀਂ ਹਰੇਕ ਜਿਹੜਾ ਵੀ ਓਨਰ ਹੁੰਦਾ ਹੈ ਉਹਨੂੰ ਵੀ ਇਹ ਕਹਿੰਦੇ ਹੁੰਦੇ ਨੇ ਕਿ ਆਪਣੇ ਵੱਲੋਂ ਪੁਲਿਸ ਵੈਰੀਫਿਕੇਸ਼ਨ ਕਰਾਓ, ਇਹਦਾ ਆਧਾਰ ਕਾਰਡ ਵਗੈਰਾ ਜੋ ਹੈ ਸਾਰੇ ਹੋਣੇ, ਜੇ ਡਾਕੂਮੈਂਟ ਹੋਣੇ ਚਾਹੀਦੇ। ਇਹ ਗੈਂਗਸਟਰ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਆਲੇ ਦੁਆਲੇ ਹੀ ਰਹਿੰਦੇ ਨੇ। ਮੇਨ ਪੁਆਇੰਟ ਮੋਹਾਲੀ, ਖਰੜ ਜਾਂ ਆਲੇ ਦੁਆਲੇ ਦਾ ਇਲਾਕਾ ਹੈ।
ਪ੍ਰਾਪਰਟੀ ਡੀਲਰ ਤਾਂ ਰਹਿਣ ਦੇ ਲਈ ਥਾਂ ਦਵਾ ਦਿੰਦੇ ਨੇ, ਪਰ ਪੁਲਿਸ ਨੇ ਮਕਾਨ ਮਾਲਕਾਂ ਨੂੰ ਹਿਦਾਇਤ ਦਿੱਤੀ ਹੈ ਕਿ ਪੂਰੀ ਜਾਂਚ ਕਰਨ ਤੇ ਨਾਲ ਹੀ ਉਹਨਾਂ ਨੇ ਵੈਰੀਫਿਕੇਸ਼ਨ ਦੇ ਲਈ ਨਵੀਂ ਤੇ ਸਖਤ ਨੀਤੀ ਲਿਆਉਣ ਦਾ ਵੀ ਭਰੋਸਾ ਦਿੱਤਾ ਹੈ। ਸਾਡੀ ਕੋਸ਼ਿਸ਼ ਰਹੂਗੀ ਵੀ ਜਿੰਨੀ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈ ਆਪਾਂ ਨੂੰ ਸਾਰਿਆਂ ਨੂੰ ਐਸੋਸੀਏਟ ਕਰਕੇ ਆਪਾਂ ਇੱਕ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਸਾਰਿਆਂ ਨੂੰ ਇੱਕੋ ਪਲੇਟਫਾਰਮ ਤੇ ਲਿਆ ਕੇ ਆਪਾਂ ਇਨਸ਼ੋਰ ਕਰੀਏ ਵੀ ਜਿਹੜਾ ਵੀ ਉਹਨਾਂ ਦੇ ਏਰੀਆ ਦੇ ਵਿੱਚ ਕੋਈ ਰਹਿੰਦਾ ਹੈ ਉਹਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨ ਔਰ ਅਸੀਂ ਉਹਨੂੰ ਵੈਰੀਫਾਈ ਕਰਕੇ ਦੱਸਣ 'ਚ ਕਾਮਯਾਬ ਹੋਈਏ ਵੀ ਇਹ ਬੰਦਾ ਜਿਹੜਾ ਹੈਗਾ ਉਹ ਕ੍ਰਿਮੀਨਲ ਹੈ ਜਾਂ ਕਿਸ ਤਰ੍ਹਾਂ ਦੀ ਉਹਦੀ ਇੰਟੈਂਸ਼ਨ ਹੈ। ਪੰਜਾਬ ਦੀ ਸੱਤਾ ਤੇ ਪਹਿਲੀ ਵਾਰ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਗੈਂਗਸਟਰਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਤੇ ਉਹਨਾਂ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਜਾਂ ਤਾਂ ਤੁਸੀਂ ਸੁਧਰ ਜਾਓ, ਨਹੀਂ ਤਾਂ ਇਸ ਦਾ ਅੰਜਾਮ ਭੁਗਤਣ ਲਈ ਤਿਆਰ ਰਹੋ। ਪੰਜਾਬ ਦੇ ਮੁੱਖ ਮੰਤਰੀ ਨੇ ਬਕਾਇਦਾ ਇਸ ਦੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਮੀਟਿੰਗ ਵੀ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਹੋਰ ਸਖਤੀ ਕਰਨੀ ਪਈ, ਪੰਜਾਬ ਸਰਕਾਰ ਜਿਹੜਾ ਹੈਗਾ ਇਦਾਂ ਦੇ ਗੈਂਗਵਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ। ਔਰ ਮੈਂ ਤੁਹਾਡੇ ਇਸ ਚੈਨਲ ਜਰੀਏ ਵੀ ਸਾਰਿਆਂ ਦੇ ਜਰੀਏ ਇਹਨਾਂ ਨੂੰ ਵਾਰਨਿੰਗ ਦਿੰਦਾ ਕਿ ਅਸੀਂ ਸਖਤ ਤੋਂ ਸਖਤ ਐਕਸ਼ਨ ਜਿਹੜਾ ਹੈਗਾ ਪੰਜਾਬ ਸਰਕਾਰ ਲਊਗੀ ਔਰ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ, ਸਾਡੇ ਸ਼ਾਂਤੀ ਪਸੰਦ ਲੋਕ ਨੇ, ਇਦਾਂ ਦੇ ਜਿਹੜੇ ਹੈਗੇ ਆ ਗੁੰਡਾਗਰਦੀ ਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ। ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ, ਪਰ ਗੁਨਾਹ ਦੀ ਦੁਨੀਆ ਹੋਰ ਵੱਡੀ ਹੁੰਦੀ ਜਾ ਰਹੀ ਹੈ ਤੇ ਗੈਂਗਸਟਰ ਸ਼ਾਹੀ ਬਿਲਡਿੰਗਾਂ ਵਿੱਚ ਬਹਿ ਕੇ ਆਪਣੇ ਕਾਰਨਾਮਿਆਂ ਨੂੰ ਅੰਜਾਮ ਦੇਈ ਜਾ ਰਹੇ ਨੇ। ਲੋੜ ਸਾਵਧਾਨ ਰਹਿਣ ਦੀ ਹੈ ਤੇ ਨਾਲ ਹੀ ਲੋਕਾਂ ਨੂੰ ਇਹ ਧਿਆਨ ਦੇਣ ਦੀ ਹੈ ਕਿ ਕਿਸੇ ਨੂੰ ਵੀ ਕਿਰਾਏਦਾਰ ਰੱਖਣ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰਨ ਤਾਂ ਜੋ ਕੋਈ ਵੀ ਗੈਂਗਸਟਰ ਨਾ ਰਹਿ ਸਕੇ ਤੁਹਾਡੇ ਗੁਆਂਢ ਵਿੱਚ। ਮੋਹਾਲੀ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਸੋ ਗੁਨਾਹ ਦੀ ਦੁਨੀਆ ਜ਼ਮੀਨ ਤੇ ਨਹੀਂ ਸਗੋਂ ਜ਼ਹਿਨ 'ਚ ਸਿਰਜੀ ਜਾਂਦੀ ਹੈ। ਜੇਕਰ ਜ਼ਹਿਨ 'ਚ ਕਾਨੂੰਨ ਦਾ ਖੌਫ ਹੋਏਗਾ ਤਾਂ ਫਿਰ ਗੁਨਾਹ ਵਾਲੀ ਸੋਚ ਸਿਰ ਨਹੀਂ ਚੱਕ ਸਕੇਗੀ। ਸਵਾਲ ਇਹੀ ਹੈ ਕਿ ਆਖਿਰ ਕਿਵੇਂ ਇਸ ਪੂਰੇ ਨੈਕਸਸ ਨੂੰ ਤੋੜ ਕੇ ਆਮ ਲੋਕਾਂ ਨੂੰ ਇੱਕ ਬੇਖੌਫ ਜ਼ਿੰਦਗੀ ਦਿੱਤੀ ਜਾਵੇਗੀ ਤੇ ਕਦੋਂ ਖਤਮ ਹੋਏਗਾ ਗੁਆਂਢ 'ਚ ਗੈਂਗਸਟਰ ਦਾ ਇਹ ਡਰ। ਸੋ ਸਾਡੀ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।